ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਕੇ ਨੂੰ ਹਰ ਸਾਲ ਸਿੱਖ ਸੰਗਤਾਂ ਭਾਵਨਾਵਾਂ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ ਇਸ ਦਿਨ ਨੂੰ ਮਹੰਤਾਂ ਤੋਂ ਸਿੱਖ ਸੰਗਤ ਨੇ ਸਿੱਖ ਸਿੰਘਾਂ ਨੇ ਜੋ ਕਿ ਸ਼ਹੀਦ ਵੀ ਹੋਏ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਵੱਲੋਂ ਨਨਕਾਣਾ ਸਾਹਿਬ ਨੂੰ ਮਹੰਤਾਂ ਦੀ ਕੈਦ ਤੋਂ ਆਜ਼ਾਦ ਕਰਵਾਇਆ ਗਿਆ ਸੀ ਤੇ ਹਰ ਸਾਲ 21 ਫਰਵਰੀ ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਮਨਾਇਆ ਜਾਂਦਾ ਹੈ। ਆਖਿਰਕਾਰ ਇਹ ਪੂਰਾ ਕਿਵੇਂ ਹੋਇਆ, ਸਾਕਾ ਕਿੱਦਾਂ ਨਨਕਾਣਾ ਸਾਹਿਬ ਬਣਿਆ ਔਰ ਕਿਸ ਤਰ੍ਹਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ। ਸਰ, ਹਰ ਸਾਲ ਸਾਕਾ ਜਿਹਨੂੰ ਆਪਾਂ ਨਨਕਾਣਾ ਸਾਹਿਬ ਕਹਿੰਦੇ ਆ, ਸਾਕਾ ਕਿੱਦਾਂ ਹੋਇਆ? ਅਸਲ ਦੇ ਵਿੱਚ ਜਦੋਂ ਅੰਗਰੇਜ਼ਾਂ ਦੀ ਇੱਥੇ ਹਕੂਮਤ ਸੀ, ਬਰਤਾਨਵੀ ਹਕੂਮਤ ਦੇ ਦੌਰਾਨ, ਕਿਉਂਕਿ ਜਿਹੜਾ ਸਿੱਖ ਧਰਮ ਸੀਗਾ ਉਹ ਬਿਲਕੁਲ ਇੱਕ ਨਵਾਂ ਧਰਮ ਸੀ, ਇੱਕ ਯੰਗ ਧਰਮ ਸੀ ਜਿਹਨੂੰ ਆਪਾਂ ਕਹਿ ਸਕਦੇ ਹਾਂਗੇ। ਤੇ ਕਿਉਂਕਿ ਉਹਦੇ 'ਚ ਜਿਹੜੀਆਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੇ ਉਸ ਤੋਂ ਬਾਅਦ ਜਿੰਨੇ ਵੀ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਪਹਿਲਾਂ ਸਿੱਖ ਮਿਸਲਾਂ ਆਈਆਂ, ਉਹਨਾਂ ਨੇ ਇੱਕ ਨਵੀਂ ਇੱਕ ਜਮਹੂਰੀਅਤ ਜਿਹੜੀ ਸੀਗੀ ਸੋਸਾਇਟੀ ਦੇ ਵਿੱਚ ਉਹ ਇੱਕ ਪੈਦਾ ਕੀਤੀ, ਸਥਾਪਿਤ ਕੀਤੀ। ਤੇ ਕਿਉਂਕਿ ਅੰਗਰੇਜ਼ ਆਪਣੇ ਤਰੀਕੇ ਨਾਲ ਇੱਕ ਸਾਮਰਾਜ ਜਿਹੜਾ ਸੀ ਇੱਥੇ ਲੈ ਕੇ ਆਏ ਸੀ, ਤੇ ਜਦੋਂ ਅੰਗਰੇਜ਼ਾਂ ਦੇ ਅਧੀਨ ਆ ਗਿਆ ਜਦੋਂ ਪੰਜਾਬ ਖਾਸ ਕਰਕੇ, ਤੇ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਆ ਇਹ ਇੱਕ ਖਾਸ ਤਰ੍ਹਾਂ ਦੀ ਇੱਥੋਂ ਇਹਨਾਂ ਨੂੰ ਲਾਈਟ ਮਿਲਦੀ ਆ, ਰੋਸ਼ਨੀ ਮਿਲਦੀ ਆ, ਜਿੱਥੋਂ ਇਹ ਮਨੁੱਖੀ ਹੱਕਾਂ ਦੀ ਗੱਲ ਕਰਦੇ ਆ, ਜਮਹੂਰੀਅਤ ਦੀ ਗੱਲ ਕਰਦੇ ਆ ਜਾਂ ਹੋਰ ਇਸ ਤਰ੍ਹਾਂ ਦੀਆਂ। ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਦੁਆਰਾ ਸਾਹਿਬਾਨ ਦੇ ਉੱਪਰ ਕਬਜ਼ਾ ਕੀਤਾ ਜਾਵੇ। ਮੁਗਲਾਂ ਨੇ ਆਪਣੇ ਤਰੀਕੇ ਨਾਲ ਕਬਜ਼ਾ ਕੀਤਾ। ਮੁਗਲਾਂ ਨੇ ਦਾ ਇਹ ਸੀ ਕਿ ਉਹਨਾਂ ਨੇ ਜਾਂ ਤਾਂ ਢਾਹ ਦਿੱਤੇ ਗਏ ਜਿਹੜੇ ਧਾਰਮਿਕ ਸਥਾਨ ਸੀ, ਜਾਂ ਫਿਰ ਉਹਨਾਂ 'ਤੇ ਕਬਜ਼ਾ ਕਰਕੇ ਆਪਣੇ ਤਰੀਕੇ ਨਾਲ ਉੱਥੇ ਉਹਨਾਂ ਨੂੰ ਐਸ਼ੀ ਦੇ ਅੱਡੇ ਬਣਾ ਲਿਆ। ਪਰ ਅੰਗਰੇਜ਼ਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ, ਆਪਣੇ ਮਹੰਤਾਂ ਨੂੰ, ਆਪਣੇ ਟੋਡੀਆਂ ਨੂੰ ਉੱਥੇ ਤਾਇਨਾਤ ਕਰਕੇ, ਉੱਥੇ ਬਿਠਾ ਕੇ ਉਹਨਾਂ ਨੂੰ ਐਸ਼ੀ ਦੇ ਅੱਡੇ ਬਣਾਇਆ। ਉਸ ਵੇਲੇ ਤੱਕ ਜਦੋਂ ਇਹ ਸਾਕਾ ਹੁੰਦਾ, ਉਸ ਤੋਂ ਦੇਖੋ ਲਗਭਗ 2 ਸਾਲ ਪਹਿਲਾਂ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ, ਤੇ ਉਸ ਤੋਂ ਬਾਅਦ ਜਿਹੜਾ ਹੈਗਾ 1921 ਦੇ ਵਿੱਚ ਜਿਹੜਾ ਇਹ ਸਾਕਾ ਹੁੰਦਾ। ਤੇ ਇਸ ਸਮੇਂ ਦੇ ਦੌਰਾਨ ਜਿਹੜਾ ਸੀ ਗੁਰਦੁਆਰਾ ਸਾਹਿਬਾਨ ਦੀ ਹਾਲਤ ਇਹ ਹੋ ਗਈ ਸੀ ਵੀ ਉੱਥੇ ਮਹੰਤਾਂ ਦੇ ਕਬਜ਼ੇ ਕਰ ਲਏ ਸੀ ਉਹਨਾਂ ਨੇ। ਉਸੇ ਤਰ੍ਹਾਂ ਉਹਨਾਂ ਨੂੰ ਐਸ਼ੀ ਦੇ ਅੱਡੇ ਬਣਾ ਲਿਆ, ਵੇਸ਼ਵਾਗਮਨੀ ਚੱਲਦੀ ਸੀ, ਉੱਥੇ ਮੁਜਰੇ ਹੁੰਦੇ ਸੀ ਜਾਂ ਹੋਰ, ਜਿਹਦੇ 'ਚ ਨਨਕਾਣਾ ਸਾਹਿਬ ਇਸ ਕਰਕੇ ਵੱਡਾ ਸਥਾਨ ਸੀ ਦਰਬਾਰ ਸਾਹਿਬ ਤੋਂ ਬਾਅਦ ਕਿ ਪਹਿਲੀ ਪਾਤਸ਼ਾਹੀ ਦਾ ਜਨਮ ਸਥਾਨ ਸੀ ਉੱਥੇ। ਉਸ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਮਹੰਤ ਨਰੈਣ ਦਾਸ ਸੀ ਉਹਦਾ ਕਬਜ਼ਾ ਹੁੰਦਾ। ਉਸ ਤੋਂ ਪਹਿਲਾਂ ਹੋਰ ਮਹੰਤ ਸੀਗੇ, ਉਹ ਵੀ ਉੱਥੇ ਇਸ ਤਰ੍ਹਾਂ ਦੀ ਜਿਹੜਾ ਸੀ ਉਹਨਾਂ ਨੂੰ ਐਸ਼ੀ ਦੇ ਅੱਡੇ ਵਾਂਗੂ ਵਰਤਦੇ ਸੀ। ਉਸਨੇ ਲਿਖ ਕੇ ਦਿੱਤਾ, ਪ੍ਰੋਮਿਸ ਕਰਕੇ ਦਿੱਤਾ ਕਿ ਮੈਂ ਉਸ ਤਰੀਕੇ ਨਾਲ ਨਹੀਂ ਕਰਾਂਗਾ, ਮੈਂ ਕੋਈ ਵੀ ਇਦਾਂ ਦੀ ਇੱਥੇ ਜਿਹੜੀਆਂ ਹੈਗੀਆਂ ਗੈਰ ਅਖਲਾਕੀ ਜਿਹੜੀਆਂ ਗੱਲਾਂ ਨਹੀਂ ਹੋਣ ਦੇਵਾਂਗਾ ਜਾਂ ਹੋਰ ਹੈ। ਪਰ ਥੋੜ੍ਹੇ ਸਮੇਂ ਬਾਅਦ ਉਹਨਾਂ ਨੇ ਉੱਥੇ ਇਹ ਕੰਮ ਸ਼ੁਰੂ ਕਰ ਲਿਆ। ਉਸ ਵੇਲੇ ਮਿਸਟਰ ਮੈਕਲੇਗਨ ਸੀਗੇ ਪੰਜਾਬ ਦੇ ਗਵਰਨਰ, ਤੇ DC ਸੀਗੇ ਲਾਹੌਰ ਦੇ ਜਿਹੜੇ ਸੀਗੇ, ਤੇ ਉਹ ਕਮਿਸ਼ਨਰ ਸੀਗੇ ਜਿਹੜੇ ਉਸ ਵੇਲੇ ਮਿਸਟਰ ਕਿੰਗ ਸੀਗੇ, ਤੇ ਜਿਹੜੇ DC ਸੀ ਉਹ ਮਿਸਟਰ ਕਰੀ ਸੀਗੇ। ਤੇ ਉਹਨਾਂ ਦੀ ਇੱਕ ਤਰੀਕੇ ਨਾਲ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਚੱਲਦਾ ਸੀ। ਤੇ ਜਦੋਂ ਉਸ ਵੇਲੇ ਕਿਉਂਕਿ ਇੱਕ ਗੁਰਦੁਆਰਾ ਮੂਵਮੈਂਟ, ਮੈਂ ਕਹਾਂਗਾ ਕਿ ਅਕਾਲੀ ਮੂਵਮੈਂਟ ਜਿਹੜੀ ਸੀ ਉਹ ਸ਼ੁਰੂ ਹੋ ਚੁੱਕੀ ਸੀ। ਉਸ ਤੋਂ ਪਹਿਲਾਂ ਚੀਫ ਖਾਲਸਾ ਦੀਵਾਨ, ਸਿੰਘ ਸਭਾ, ਲਹਿਰਾਂ ਇਹ ਚੱਲ ਚੁੱਕੀਆਂ ਸੀ, ਸ਼ੁਰੂ ਹੋਈਆਂ ਸੀ। ਤੇ ਇਹਦੇ ਨਾਲ ਇੱਕ ਜਿਹੜਾ ਇੱਕ ਜਿਹਨੂੰ ਆਪਾਂ ਰੈਨਾਸਾਂਸ ਕਹਿੰਦੇ ਆ ਨਾ, ਇੱਕ ਪੁਨਰ ਜਾਗਰਤੀ ਦਾ ਦੌਰ ਜਿਹੜਾ ਸਿੱਖਾਂ ਦੇ ਵਿੱਚ ਸ਼ੁਰੂ ਹੋਇਆ। ਕਿਉਂਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਿੱਖ ਇੱਕ ਤਰੀਕੇ ਨਾਲ ਇਹ ਹੋ ਗਿਆ ਸੀ ਕਿ ਵਾਂਝੇ ਹੋ ਗਏ ਸੀ ਰਾਜ ਤੋਂ, ਤੇ ਉਹਨਾਂ ਦਾ ਜਿਹੜਾ ਪਹਿਲਾ ਨਿਸ਼ਾਨਾ ਇਹ ਸੀ ਕਿ ਗੁਰਦੁਆਰਾ ਸਾਹਿਬਾਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਮਹੰਤਾਂ ਦੇ ਕਬਜ਼ੇ ਦੇ ਵਿੱਚੋਂ। ਮਹੰਤਾਂ ਦੀ ਐਂਟਰੀ ਕਿੱਦਾਂ ਹੁੰਦੀ ਹੈ? ਕਿਉਂਕਿ ਮਹੰਤਾਂ ਤੋਂ ਆਜ਼ਾਦ ਸਿੱਖਾਂ ਨੇ ਕਰਵਾਇਆ ਔਰ ਬਹੁਤ ਸ਼ਹਾਦਤਾਂ ਵੀ ਹੋਈਆਂ, ਤੇ ਤਾਂ ਹੀ ਸਾਕਾ ਨਨਕਾਣਾ ਸਾਹਿਬ ਦਾ ਨਾਮ ਹੋਇਆ। ਤੇ ਮਹੰਤਾਂ ਦੇ ਕਬਜ਼ੇ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਕਿੱਦਾਂ ਆਇਆ? ਦੇਖੋ, ਜਦੋਂ ਕੋਈ ਬਾਡੀ ਨਹੀਂ ਸੀ ਬਣੀ, ਕੋਈ ਆਰਗੇਨਾਈਜ਼ਡ ਬਾਡੀ ਨਹੀਂ ਸੀ ਬਣੀ, ਜਿੱਥੇ ਜਿੱਥੇ ਕੋਈ ਗੁਰਦੁਆਰਾ ਸਾਹਿਬ ਸੀ ਉੱਥੇ ਜਿਹੜੇ ਸੇਵਾ ਸੰਭਾਲ ਦਾ ਕੰਮ ਉਹ ਲੋਕ ਮਹੰਤ ਹੀ ਕਰਦੇ ਸੀਗੇ, ਭਾਵੇਂ ਉਹ ਪਾਠੀ ਕਹਿ ਲਓ, ਕੁਛ ਵੀ ਕਹਿ ਲਓ। ਜਿੰਨਾ ਚਿਰ ਇੱਕ ਡਿਸਿਪਲਿਨ ਰਿਹਾ, ਇੱਕ ਅਨੁਸ਼ਾਸਨ ਰਿਹਾ ਸੋਸਾਇਟੀ ਦੇ ਵਿੱਚ, ਉੱਥੇ ਵੀ ਰਿਹਾ। ਤੇ ਜਦੋਂ ਕਿਉਂਕਿ ਜਿਹੜੇ ਅੰਗਰੇਜ਼ ਸੀ, ਅੰਗਰੇਜ਼ਾਂ ਨੇ ਆ ਕੇ, ਕਿਉਂਕਿ ਉਸ ਤੋਂ ਪਹਿਲਾਂ ਜਦੋਂ 1857 ਦੀ ਜਦੋਂ ਗਦਰ ਹੋਇਆ ਨਾ ਜੀ, ਉਸ ਤੋਂ ਬਾਅਦ ਕੁਈਨ ਵਿਕਟੋਰੀਆ ਨੇ ਇੱਕ ਮਤਾ ਪਵਾਤਾ ਸੀ ਕਿ ਅਸੀਂ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਭਾਰਤ ਉਹਦਾ ਨਾਂ ਨਹੀਂ ਸੀਗਾ, ਹਿੰਦੁਸਤਾਨ ਦੇ ਵਿੱਚ ਅਸੀਂ ਕਿਸੇ ਦੇ ਵੀ ਜਿਹੜਾ ਹੈਗਾ ਫਿਰਕੂ ਜਿਹੜਾ ਕੋਈ ਵੀ ਜਿਹੜਾ ਹੈਗਾ ਧਾਰਮਿਕ ਉਹਦੇ 'ਚ ਕੋਈ ਦਖਲ ਨਹੀਂ ਦੇਵਾਂਗੇ। ਪਰ ਹੋਇਆ ਇਹਦੇ ਉਲਟ ਉਸ ਤੋਂ ਬਾਅਦ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜਿਹੜੀ ਇਹ ਸਾਰੀ ਗੱਲਬਾਤ ਆਜ਼ਾਦੀ ਦੀ ਲੜਾਈ ਜਾਂ ਹੋਰ ਇਹ ਗੱਲਾਂ ਕਰਦੇ ਆ ਤੇ ਗੁਰਦੁਆਰਿਆਂ 'ਚੋਂ ਇਕੱਠੇ ਹੋ ਕੇ ਕਰਦੇ ਆ, ਤੇ ਕਿਉਂਕਿ ਉੱਥੇ ਕੋਈ ਆਰਗੇਨਾਈਜ਼ਡ ਉਹ ਸੰਸਥਾ ਨਹੀਂ ਸੀਗੀ, ਤੇ ਜਿੱਥੇ ਜਿੱਥੇ ਮਹੰਤ ਬੈਠੇ ਸੀ ਉਹਨਾਂ ਨੇ ਕਰਪਟ ਕਰ ਲਿਆ, ਉਹਨਾਂ ਨੂੰ ਪੁਸ਼ਤਾ ਪਨਾਹੀ ਸ਼ੁਰੂ ਕਰਤੀ। ਤੇ ਜਾਂ ਜਿਹੜੇ ਵੱਡੇ ਸਰਦਾਰ ਸੀ ਜਿਹਦੇ 'ਚ ਉਸ ਵੇਲੇ ਦੇ ਕੋਈ ਬੇਦੀ ਸੀ, ਮਜੀਠੀਏ ਸੀ, ਹੋਰ ਸੀ, ਤੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦੀ ਸਪੋਰਟ ਸੀਗੀ
ਕਿਉਂਕਿ ਜ਼ਮੀਨਾਂ ਸੀ ਗੁਰਦੁਆਰਾ ਦੀਆਂ, ਉਹ ਲੈਂਦੇ ਸੀ ਹਿੱਸੇ ਠੇਕੇ ਤੇ ਜਾਂ ਹੋਰ ਹੈ। ਸੋ ਇਹ ਕਿ ਮਿਲੀ ਭੁਗਤ ਸੀ ਸਰਦਾਰਾਂ ਦੀ, ਰਜਵਾੜਿਆਂ ਦੀ, ਅੰਗਰੇਜ਼ ਹਕੂਮਤ ਦੀ ਤੇ ਇਹਨਾਂ ਮਹੰਤਾਂ ਦੀ। ਤੇ ਜਿਹੜੀ ਇਹ ਘਟਨਾ ਦੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਉਸ ਤੋਂ ਪਹਿਲਾਂ ਇੱਕ ਮੂਵਮੈਂਟ ਇਹ ਬਣ ਗਈ ਸੀ ਕਿ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਾਉਣਾ। ਮੇਰਾ ਖਿਆਲ ਹੈ ਨਨਕਾਣਾ ਸਾਹਿਬ ਦਾ ਸਾਕਾ ਪਹਿਲਾ ਸਾਕਾ ਸੀ ਇਸ ਲੜੀ ਦੇ ਵਿੱਚ। ਉਸ ਤੋਂ ਬਾਅਦ ਤਾਂ ਫਿਰ ਕਿੰਨੇ ਹੀ ਹੋਰ ਜਿਹੜੇ ਸਾਕੇ ਮੋਰਚੇ ਲੱਗੇ, ਜਿਹੜੇ ਅਕਾਲੀ ਮੋਰਚਿਆਂ ਦਾ ਇਤਿਹਾਸ ਭਰਿਆ ਪਿਆ ਸਿੱਖ ਇਤਿਹਾਸ ਸਾਰਾ। ਤੇ ਉਦੋਂ ਉਸ ਵੇਲੇ ਜਦੋਂ ਇਹ ਸਾਰਾ ਕੁਝ ਹੋਇਆ, ਇਹ ਫੈਸਲਾ ਲਿਆ ਗਿਆ ਕਿ ਆਪਾਂ ਜਥਾ ਭੇਜ ਕੇ ਜਿਹੜਾ ਹੈ ਮਹੰਤਾਂ ਤੋਂ ਇਹ ਆਜ਼ਾਦ ਕਰਾਵਾਂਗੇ, ਕਿਉਂਕਿ ਅੰਦਰ ਸ਼ਰਾਬ ਪੀਂਦੇ ਸੀ, ਸਾਰਾ ਕੁਝ ਕਰਦੇ ਸੀ, ਇੰਨੀ ਪਵਿੱਤਰ ਜਗ੍ਹਾ ਸੀ ਉਹ। ਤੇ ਇਹਨਾਂ ਗੱਲਾਂ ਦਾ ਜਦੋਂ ਜਿਹੜੀ ਇਹਦੀ ਪੀਕ ਪੁਆਇੰਟ ਆ ਜਿਹੜਾ ਉਹ ਇਹ ਸੀ ਕਿ ਮਹੰਤ ਨਾਰਾਇਣ ਦਾਸ ਸੀ ਜਿਹੜਾ ਉਸ ਵੇਲੇ, ਉਹਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ। ਉਹਨੇ ਅੰਦਰੋਂ ਅੰਦਰੀ ਜਿਹੜੇ ਸੀਗੇ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕਰਦੇ ਸੀ, ਅੰਦਰ ਲੋਹਾਰ ਬਿਠਾ ਕੇ ਛਵੀਆਂ ਗੰਡਾਸੇ ਤਿਆਰ ਕਰਨੇ ਸ਼ੁਰੂ ਕਰਦੇ ਸੀ, ਬੰਦੂਕਾਂ ਲੈ ਆਏ ਸੀ, ਪਿਸਤੌਲ ਲੈ ਆਏ ਸੀ, ਗੋਲੀ ਸਿੱਕਾ ਲੈ ਆਏ ਸੀ, ਇੱਥੋਂ ਤੱਕ ਕਿ ਲੱਕੜਾਂ, ਮਿੱਟੀਆ ਤੇਲ ਉਹਨਾਂ ਨੇ ਇਕੱਠਾ ਕਰਨਾ ਸ਼ੁਰੂ ਕਰਤਾ ਸੀ ਕਿ ਜੇ ਆਏ ਉਹਨਾਂ ਨੂੰ ਮਾਰ ਕੇ ਇੱਥੇ ਜਿਹੜਾ ਸੀ ਅਸੀਂ ਉਹਨਾਂ ਨੂੰ ਸਾੜ ਦਿਆਂਗੇ ਜਾਂ ਹੋਰ ਹੈ। ਤੇ ਹੋਇਆ ਵੀ ਇਸੇ ਤਰ੍ਹਾਂ। ਇਹ ਜਦੋਂ, ਕਿਉਂਕਿ ਜਦੋਂ ਪਤਾ ਲੱਗਿਆ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ ਸੱਚ ਹੋਂਦ 'ਚ ਨਹੀਂ ਸੀ, ਪਰ ਗੁਰਦੁਆਰਾ ਕਮੇਟੀਆਂ ਜਿਹੜੀਆਂ ਸੀ ਉਹ ਬਣ ਚੁੱਕੀਆਂ ਸੀ। ਕਰਤਾਰ ਸਿੰਘ ਝੱਬਰ ਹੋਰੀ ਉਸ ਵੇਲੇ ਇੱਕ ਵੱਡੇ ਲੀਡਰ ਵਜੋਂ ਉੱਭਰੇ, ਤੇ ਜਿਹੜੇ ਉੱਥੇ ਸ਼ਹੀਦ ਹੋਏ ਲਛਮਣ ਸਿੰਘ ਧਾਰੋਵਾਲ, ਤੇ ਉਹ ਵੀ ਇੱਕ ਜਿਹੜੇ ਸੀ ਵੱਡੇ ਉਸ ਵੇਲੇ ਸਰਕਾਰ ਦਾ ਲੀਡਰ ਸੀਗੇ। ਤੇ ਫਿਰ ਉਹਨਾਂ ਨੇ ਮੌਕੇ ਤੇ ਆ ਕੇ ਉਹਨੂੰ ਪਤਾ ਲੱਗਿਆ ਕਿ ਅੰਦਰ ਉਹਨਾਂ ਦੀ ਇੰਨੀ ਵੱਡੀ ਮੋਰਚਾਬੰਦੀ ਆ, ਉਹਨਾਂ ਨੇ ਮਿਥਿਆ ਹੋਇਆ ਵੀ ਅਸੀਂ ਬੰਦਿਆਂ ਨੂੰ ਮਾਰ ਦੇਣਾ। ਉਹਨਾਂ ਨੇ ਕਿਹਾ ਵੀ ਆਪਾਂ ਇਹ ਜਿਹੜਾ ਹੈਗਾ ਫਿਲਹਾਲ ਇਹਨੂੰ ਮੁਲਤਵੀ ਕਰ ਦਿਓ। ਸਰ ਕਾਰਨ ਕੀ ਲੱਗਦੇ ਨੇ ਕਿ ਇੰਨੀ, ਜਿਵੇਂ ਹੁਣ ਆਪਣੇ ਧਾਰਮਿਕ ਸਥਾਨ ਨੇ ਐਸਜੀਪੀਸੀ ਦੇ ਅੰਡਰ ਆਉਂਦੇ ਨੇ, ਹਨਾ, ਬਹੁਤ ਸਾਰੀ ਸਿਕਿਉਰਿਟੀ ਵੀ ਹੁੰਦੀ ਹੈ, ਐਸਜੀਪੀਸੀ ਦੀ ਮਰਿਆਦਾ ਦੇ ਅਨੁਸਾਰ ਚੱਲਣਾ ਪੈਂਦਾ, ਜੋ ਵੀ ਨਿਯਮ ਤੈਅ ਕੀਤੇ ਗਏ ਹੁੰਦੇ ਨੇ। ਪਰ ਇੰਨਾ ਵੱਡਾ ਸਾਕਾ ਹੋਣ ਦੇ ਕਾਰਨ ਕੀ ਲੱਗਦੇ ਨੇ ਕਿ ਉਸ ਵੇਲੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਨਹੀਂ ਸੀ, ਛੋਟੀਆਂ ਕਮੇਟੀਆਂ ਸੀ, ਕਿ ਉਸ ਤਰ੍ਹਾਂ ਦੇਖ ਰੇਖ ਨਹੀਂ ਕੀਤੀ ਜਾ ਰਹੀ ਸੀ ਤੇ ਕਿਸੇ ਵੀ ਅਣਜਾਣ ਹੱਥਾਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਸੀਗੇ ਉਹਨਾਂ ਨੂੰ ਸੌਂਪ ਦਿੱਤਾ ਜਾਂਦਾ ਸੀ? ਨਹੀਂ, ਕੋਈ ਗੁਰਦੁਆਰਾ ਨੂੰ ਸੌਂਪਦਾ ਨਹੀਂ ਸੀ, ਉਹ ਤਾਂ ਉਹਨਾਂ ਦੀ ਮਲਕੀਅਤ ਸੀ ਇੱਕ ਤਰੀਕੇ ਨਾਲ। ਜਿਵੇਂ ਹੁਣ ਤੁਸੀਂ ਆਪਣੇ ਦੇਸ਼ ਦੇ ਵਿੱਚ ਹੋਰ ਦੇਖਦੇ ਹੋ ਕਿੰਨੇ ਹੀ ਵੱਡੇ ਮੰਦਿਰ ਨੇ ਜਾਂ ਸ਼ਰਾਈਨ ਨੇ ਜਿੱਥੇ ਕੁਝ ਲੋਕ ਜਿਹੜੇ ਪੁਜਾਰੀ ਬੈਠੇ ਆ, ਉਹਨਾਂ ਦੀ ਉਹ ਇੱਕ ਤਰ੍ਹਾਂ ਦੀ ਮਲਕੀਅਤ ਹੈ। ਇਸ ਤਰ੍ਹਾਂ ਉਹ ਆਪਣੇ ਆਪਣੀ ਮਲਕੀਅਤ ਸਮਝਦੇ ਸੀਗੇ, ਕਿਉਂਕਿ ਅੰਗਰੇਜ਼ਾਂ ਦਾ ਉਹਨਾਂ ਨੂੰ ਸਰਕਾਰ ਦੀ ਪੁਸ਼ਤ ਪਨਾਹੀ ਸੀ। ਫਿਰ ਵੱਡੇ ਜਿਹੜੇ ਸਰਦਾਰ ਸੀ ਉਹ ਉਹਨਾਂ ਦੇ ਨਾਲ ਮਿਲੀ ਗੰਢ ਤੁੱਪ ਸੀਗੀ, ਤੇ ਇਸ ਕਰਕੇ ਉਹਨਾਂ ਨੂੰ ਪਰਵਾਹ ਚਿੰਤਾ ਕੋਈ ਨਹੀਂ ਸੀ। ਪਰ ਆਮ ਸੰਗਤ ਬਹੁਤ ਦੁਖੀ ਸੀ, ਇੱਥੋਂ ਤੱਕ ਕਿ ਇਹੋ ਜਿਹੀਆਂ ਘਟਨਾਵਾਂ ਵੀ ਵਾਪਰੀਆਂ, ਬੀਬੀਆਂ ਸੰਗਤ ਨਾਲ ਆਈਆਂ, ਉਹਨਾਂ ਨਾਲ ਵੀ ਛੇੜਛਾੜ ਹੋਈ, ਉਹਨਾਂ ਨਾਲ ਗਲਤ ਮਤਲਬ ਕਿ ਇੱਕ ਤਰ੍ਹਾਂ ਦਾ ਜਬਰ ਜਨਾਹ, ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ। ਕਿਉਂਕਿ ਗੁਰਦੁਆਰੇ ਤਾਂ ਸੰਗਤ ਲਈ ਸੀਗੇ, ਸੰਗਤ ਲਈ ਬਣੇ ਸੀ, ਤੇ ਸੰਗਤ ਬਹੁਤ ਦੁਖੀ ਸੀ। ਇਸੇ ਕਰਕੇ ਜਿਹੜੇ ਸੀ ਆਮ ਜਿਹੜੇ ਇਨਸਾਫ ਪਸੰਦ ਸਿੱਖ ਸੀ ਉਹ ਇਸ ਇਸ਼ੂ ਨੂੰ ਲੈ ਕੇ, ਇਸ ਮੁੱਦੇ ਨੂੰ ਲੈ ਕੇ ਇਕੱਠੇ ਹੋਏ। ਫਿਰ ਉਸ ਤੋਂ ਬਾਅਦ ਜਿਹੜੀ ਇਹ ਘਟਨਾ ਵਾਪਰੀ, ਜਦੋਂ 20 ਤਰੀਕ ਨੂੰ ਉਹ ਸਵੇਰੇ ਜਕਾਰੇ ਬੁਲਾਉਂਦੇ ਐਂਟਰ ਹੋਏ, ਕਿਉਂਕਿ ਮੌਕੇ ਤੇ ਮੈਸੇਜ ਵੀ ਦਿੱਤਾ ਗਿਆ ਉਹਨਾਂ ਨੂੰ ਕਿ ਤੁਸੀਂ ਐਂਟਰ ਨਾ ਹੋ, ਕਿਉਂਕਿ ਅੰਦਰ ਉਹਨਾਂ ਦੀ ਇਸ ਤਰੀਕੇ ਦੀ ਤਿਆਰੀ ਹੈ। ਪਰ ਫਿਰ ਕੁਝ ਲੋਕਾਂ ਨੇ ਕਿਹਾ ਕਿ ਆਪਾਂ ਚਲੋ ਹਥਿਆਰ ਲੈ ਕੇ ਨਹੀਂ ਜਾਂਦੇ, ਆਪਾਂ ਮੱਥਾ ਹੀ ਟੇਕਣ ਜਾਣਾ, ਆਪਾਂ ਨੂੰ ਕੀ ਹੈ, ਆਪਾਂ ਸ਼ਾਂਤਮਈ ਤਰੀਕੇ ਨਾਲ ਜਾਣਾ, ਆਪਾਂ ਨੂੰ ਕੀ ਕਹਿੰਦੇ। ਪਰ ਉਹਨਾਂ ਨੇ ਪਹਿਲਾਂ ਧਾਰੀ ਹੋਈ ਸੀ, ਲਛਮਣ ਸਿੰਘ ਧਾਰੋਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਜਥਾ ਗਿਆ, ਤੇ ਉਸ ਜਥੇ ਦੇ ਵਿੱਚ ਉਹਨਾਂ ਨੇ ਜਾ ਕੇ ਜਦੋਂ ਅੰਦਰ ਬੈਠ ਕੇ ਜਾਪ ਕਰਨਾ ਸ਼ੁਰੂ ਕੀਤਾ, ਤਾਬਿਆ ਖੁਦ ਲਛਮਣ ਸਿੰਘ ਹੋਰੀ ਬੈਠੇ, ਤੇ ਉਦੋਂ ਬਾਅਦ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਮਾਰਿਆ, ਤੇ ਉਸ ਤੋਂ ਬਾਅਦ ਲਛਮਣ ਸਿੰਘ ਹੋਰਾਂ ਨੂੰ ਗੋਲੀ ਲੱਗੀ, ਜ਼ਖਮੀ ਹੋ ਗਏ, ਤੇ ਉਹਨਾਂ ਨੂੰ ਉੱਦਾਂ ਹੀ ਘਸੀਟ ਕੇ ਬਾਹਰ ਇੱਕ ਜੰਡ ਦਾ ਰੁੱਖ ਹੈ ਤੇ ਉੱਥੇ ਬੰਨ੍ਹ ਕੇ ਉੱਤੇ ਉਹਦੇ ਮਿੱਟੀ ਦਾ ਤੇਲ ਪਾ ਕੇ ਜਿਉਂਦਿਆਂ ਜਿਹੜਾ ਹੈਗਾ ਸਾੜ ਦਿੱਤਾ ਗਿਆ। ਹੋਰ ਕਿੰਨੇ ਹੀ, ਕਿਉਂਕਿ ਅਗਲ ਬਾਅਦ ਦੇ ਵਿੱਚ ਜਦੋਂ ਇਹ ਘਟਨਾ 20 ਤਰੀਕ ਦੀ ਹੈ, ਉਸ ਤੋਂ ਬਾਅਦ 21, 22, ਫਿਰ 23 ਤਰੀਕ ਨੂੰ ਜਦੋਂ ਜਾ ਕੇ ਸਾਰਾ ਸ਼ਨਾਖਤ ਹੁੰਦੇ ਆ, ਅੰਗਰੇਜ਼ ਵੱਡੇ ਅਫਸਰ ਆਉਂਦੇ ਆ, ਖੁਦ ਦੌਰਾ ਕਰਦੇ ਆ, DC ਕਮਿਸ਼ਨਰ ਆਉਂਦੇ ਆ ਉਸ ਦੌਰੇ ਤੇ ਕਰਤਾਰ ਸਿੰਘ ਝੱਬਰ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਉਹ ਜਥਾ ਜਿਹੜਾ ਜਾਂਦਾ। ਉਦੋਂ ਜਿਹੜੀਆਂ ਉੱਥੇ ਕਹਿੰਦੇ ਕਿ ਜਿਹੜੀਆਂ ਖੋਪਰੀਆਂ ਬਚੀਆਂ, ਜਿਹੜੀਆਂ ਗਿਣੀਆਂ ਗਈਆਂ, ਉਹਨਾਂ ਦੀ ਕੋਈ ਗਿਣਤੀ ਲਗਭਗ 60 ਦੇ ਕਰੀਬ ਸੀਗੀ। ਪਰ ਉਂਝ ਇਸ ਗਿਣਤੀ ਵਿੱਚ ਸ਼ਹੀਦ ਹੋਏ ਜਿਹੜੇ ਸਿੰਘਾਂ ਦੀ ਗਿਣਤੀ ਆ ਜਿਹੜੀ 160 ਤੋਂ ਲੈ ਕੇ 240 ਦੇ ਵਿਚਕਾਰ ਦੱਸੀ ਜਾਂਦੀ ਹੈ। ਤੇ ਪਰ ਇਹ ਵੀ ਇਸ ਸਾਰੀ ਵੱਡੇ ਸਾਕੇ ਦਾ, ਇਹਨਾਂ ਸ਼ਹਾਦਤਾਂ ਦਾ, ਕਿਉਂਕਿ ਉਸ ਤੋਂ ਪਹਿਲਾਂ ਉੱਥੇ ਦੁਸ਼ਕਰਮ ਹੁੰਦੇ ਸੀ, ਸਾਰਾ ਕੁਝ ਇਹ ਵੀ ਇਤਿਹਾਸਕਾਰਾਂ ਨੇ ਕਿਹਾ ਕਿ ਉਹਨਾਂ ਸਿੰਘਾਂ ਨੇ ਆਪਦਾ ਖੂਨ ਡੋਲ ਕੇ ਸ਼ਹਾਦਤਾਂ ਦੇ ਕੇ, ਜਿਹੜਾ ਉਹ ਕਾਲਾ ਇੱਕ ਧੱਬਾ ਲੱਗਿਆ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਉੱਤੇ, ਉਹਨੂੰ ਆਪਣਾ ਖੂਨ ਡੋਲ ਕੇ ਮਿਟਾਇਆ। ਤੇ ਉਸ ਤੋਂ ਬਾਅਦ ਫਿਰ ਇੱਕ ਮੂਵਮੈਂਟ ਬਣੀ। ਮੂਵਮੈਂਟ ਤੋਂ ਬਾਅਦ ਜਦੋਂ ਕੋਈ 2200 ਦੇ ਕਰੀਬ ਜਿਹੜੇ ਹੈ ਸਿੰਘਾਂ ਦਾ ਜਥਾ ਕਰਤਾਰ ਸਿੰਘ ਝੱਬਰ ਹੋਰਾਂ ਦੀ ਅਗਵਾਈ ਦੇ ਵਿੱਚ ਬਾਅਦ ਚ ਗਿਆ, ਅੰਗਰੇਜ਼ਾਂ ਨੇ ਕਿਹਾ ਤੁਸੀਂ ਐਂਟਰ ਨਹੀਂ ਹੋਣਾ, ਪਰ ਫਿਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ। ਅਲਟੀਮੇਟਲੀ ਕਬਜ਼ਾ ਜਿਹੜਾ ਸੀਗਾ ਫਿਰ ਦੇਣਾ ਪਿਆ। ਫਿਰ ਉੱਥੇ ਕਮੇਟੀ ਬਣੀ ਹੋਰ, ਕਿਉਂਕਿ ਮੈਂ ਸਮਝਦਾ ਕਿ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਨਾ ਜੀ, ਉਸ ਤੋਂ ਬਾਅਦ ਕਿੰਨੇ ਹੋਰ ਸਾਕੇ ਹੋਏ, ਮੋਰਚੇ ਲੱਗੇ ਜਾਂ ਹੋਰ ਹੈ। ਸਭ ਤੋਂ ਪਹਿਲਾਂ ਜਿਹੜਾ ਇਹ ਸੀ ਜਦੋਂ ਜਿਹੜਾ ਸੀਗਾ ਆਜ਼ਾਦ ਕਰਾਇਆ ਗਿਆ ਗੁਰਦੁਆਰਾ ਜਨਮ ਸਥਾਨ ਦੇ ਨਾਂ ਨਾਲ ਜਿਹੜਾ ਨਨਕਾਣਾ ਸਾਹਿਬ ਜਾਣਿਆ ਜਾਂਦਾ ਉਸ ਨੂੰ।
ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸ ਸਨ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਸੀਨੀਅਰ ਪੱਤਰਕਾਰ, ਜਿਨ੍ਹਾਂ ਦੇ ਨਾਲ ਅਸੀਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਔਰ ਖਾਸ ਤੌਰ ਤੇ ਉਹਨਾਂ ਕਾਰਨਾਂ ਦੀ ਵੀ ਜਾਣਕਾਰੀ ਹਾਸਲ ਕੀਤੀ ਜਿਨ੍ਹਾਂ ਕਾਰਨਾਂ ਕਰਕੇ ਨਨਕਾਣਾ ਸਾਹਿਬ ਦੇ ਵਿੱਚ ਇਹ ਸਾਕਾ ਵਾਪਰਿਆ, ਕਿਉਂਕਿ ਇਹ ਬਹੁਤ ਵੱਡੀ ਘਟਨਾ ਸਿੱਖ ਇਤਿਹਾਸ ਦੇ ਵਿੱਚ ਦੱਸੀ ਜਾ ਰਹੀ ਹੈ, ਜਦੋਂ ਮਹੰਤ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਕੇ ਕੁਝ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਸੀ ਜੋ ਕਿ ਸਿੱਖ ਰਹਿਤ ਮਰਿਆਦਾ ਦੇ ਬਿਲਕੁਲ ਉਲਟ ਸੀ ਔਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਧੀਆਂ ਭੈਣਾਂ ਨੂੰ ਬੇਪਤ ਵੀ ਕੀਤਾ ਜਾਂਦਾ ਸੀ। ਕੈਮਰਾਮੈਨ ਕ੍ਰਿਸ਼ਨ ਕੁਮਾਰ ਦੇ ਨਾਲ ਕਮਲਜੀਤ ਕੌਰ, ETV ਭਾਰਤ, ਚੰਡੀਗੜ੍ਹ।